ਗੁਰਜੰਟ ਸਿੰਘ ਤੁਸੀਂ ਤੁਹਾਡੀ ਕੀ ਅਹੁਦਾ ਹੈ, ਕਿਹਦੇ ਰਾਹੀਂ ਤੁਸੀਂ ਕੰਮ ਕਰਦੇ, ਸਿਹਤ ਵਿਭਾਗ ਜਾਂ? ਅਸੀਂ ਪਿਛਲੇ 15 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਾਂ। ਜੋ ਸਰਕਾਰ 36000 ਮੁਲਾਜ਼ਮਾਂ ਦਾ ਰਿਟ ਲੈ ਕੇ ਆਈ ਆ, ਉਸ ਨੂੰ ਸਰਕਾਰ ਨੇ ਇਕੱਲਾ ਝੂਠੇ ਵਾਅਦੇ ਹੀ ਕੀਤੇ, ਅੱਜ ਤੱਕ ਕਿਸੇ ਵੀ ਗੱਲ ਦੇ ਉੱਤੇ ਪੂਰਾ ਨਹੀਂ ਉਤਰੇ। ਇਹ ਤਾਂ ਕਹਿੰਦੇ ਵੀ ਜਿਹੜਾ ਅਸੀਂ ਇਹ ਵਾਅਦਾ ਕੀਤਾ ਸੀ ਪੂਰਾ ਕਰਤੇ ਆ, ਬੋਰਡ ਲੱਗੇ ਪਏ ਥਾਂ ਥਾਂ ਤੇ ਵੀ 36000 ਕੰਮ ਪੱਕੇ ਕਰਤੇ। ਜੇ ਸਰਕਾਰ ਅੱਜ ਸਾਨੂੰ ਮੀਟਿੰਗ ਮਿਲੀ ਹੈ, ਜੇ ਉਸ ਵਿੱਚ ਨਹੀਂ ਵੀ ਕੋਈ ਵੀ ਕਾਰਵਾਈ ਕਰਦੀ ਤਾਂ ਅਸੀਂ 3 ਤਰੀਕ ਨੂੰ ਦਿਨ ਸੋਮਵਾਰ ਨੂੰ ਖਰੜ ਤੋਂ ਜੋ ਚੰਡੀਗੜ੍ਹ ਹਾਈਵੇ ਆ ਉਸ ਨੂੰ ਜਾਮ ਕਰਨ ਦਾ ਪ੍ਰਣ ਲਿਆ ਹੋਇਆ ਵਾ। ਇਹਨਾਂ ਨੇ ਤੁਹਾਨੂੰ ਪਹਿਲਾਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਜੀ ਹੁਣ ਸ਼ਿਫਟ ਕਰਕੇ ਉੱਧਰ ਭੇਜ। ਮੈਂ ਤਾਂ ਚੰਨੀ ਸਾਹਿਬ ਨੂੰ ਇਹ ਕਹੂੰਗੀ, ਐਲਾਨਜੀਤ ਮੰਤਰੀ ਨੂੰ ਇਹ ਗੱਲ ਕਹੂੰਗੀ ਵੀ ਜਿਹੜੇ ਐਲਾਨ ਆ ਤੇਰੇ ਉਹ ਕਾਗਜ਼ਾਂ 'ਚ ਹੀ ਐਲਾਨ ਰਹਿ ਗਏ ਆ। ਇਸ ਲਈ ਜੇ ਤੂੰ ਵਿਸ਼ਵਾਸ ਜਿੱਤਣਾ ਤਾਂ ਸਾਨੂੰ 36000 ਕਾਮਿਆਂ ਨੂੰ ਜਲਦੀ ਤੋਂ ਜਲਦੀ ਪੱਕਾ ਕਰੋ। ਤੁਸੀਂ ਜੁੜ ਚੁੱਕੇ ਹੋ ਗਲੋਬਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਤੁਹਾਨੂੰ ਪਤਾ ਹੈ ਜਿਵੇਂ ਵੋਟਾਂ ਨੇੜੇ ਆ, ਐਲਾਨ ਵੀ ਕੀਤੇ ਜਾ ਰਹੇ ਨੇ। ਚੰਨੀ ਸਾਹਿਬ ਜਿਸ ਦਿਨ ਦੇ ਮੁੱਖ ਮੰਤਰੀ ਬਣੇ ਨੇ, ਲਗਾਤਾਰ ਐਲਾਨ ਹੋ ਰਹੇ ਨੇ। ਜੇਕਰ ਤੁਸੀਂ ਦੇਖੋਗੇ ਕੋਈ ਸੜਕ ਦੀ ਇਹੋ ਜਿਹੀ ਕੰਨੀ ਨਹੀਂ ਜਿੱਥੇ ਵੱਡੀਆਂ ਵੱਡੀਆਂ ਫਲੈਕਸਾਂ ਨਾਲ ਲੱਗੀਆਂ ਹੋਣ। ਕਿਹਾ ਜਾ ਰਿਹਾ ਬਿਜਲੀ ਸਾਰੇ ਦੇਸ਼ ਤੋਂ ਸਸਤੀ, ਚਾਹੇ ਲੋਕ ਵੱਡੇ ਵੱਡੇ ਬਿੱਲ ਲਈ ਖੜੇ ਨੇ ਬਿਜਲੀ ਦੇ। ਕਿਹਾ ਜਾ ਰਿਹਾ ਕਿ ਜਿਹੜੇ ਕਾਮੇ ਨੇ ਉਹ ਪੱਕੇ ਕਰਤੇ, ਰੇਤਾ ਸਸਤੀ ਹੋ ਗਈ, ਮਾਫੀਏ ਨੂੰ ਕਾਬੂ ਪਾ ਲਿਆ, ਕੇਵਲ 100 ਰੁਪਏ ਪਰ ਉਹੀ ਰੇਟ ਚੱਲਦੇ ਨੇ, ਸਭ ਕੁਝ ਉਸੇ ਤਰ੍ਹਾਂ। ਅੱਜ ਅਸੀਂ ਮੋਗੇ DC ਦਫ਼ਤਰ ਅੱਗੇ ਖੜੇ ਆ, ਜਿੱਥੇ ਫਾਰਮਾਸਿਸਟ ਤੇ ਕਲਾਸ 4 ਨੇ ਜਿਹੜੇ ਉਹ ਧਰਨਾ ਲਈ ਬੈਠੇ ਨੇ। ਕੀ ਕਾਰਨ ਆ, ਕਿਉਂ ਬੈਠੇ ਆ, ਆਪਾਂ ਆਗੂਆਂ ਦੇ ਨਾਲ ਗੱਲਬਾਤ ਕਰਦੇ ਆ, ਕਿਉਂਕਿ ਲੰਬੇ ਸਮੇਂ ਤੋਂ ਹੀ ਸੰਘਰਸ਼ ਕਰਦੇ ਆਉਂਦੇ ਨੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਕਿ ਕਿਹੜੇ ਡਿਪਾਰਟਮੈਂਟ 'ਚ ਆ, ਸਿਹਤ ਵਿਭਾਗ 'ਚ ਆ, ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ। ਆਪਾਂ ਸਾਰੀ ਗੱਲਬਾਤ ਕਰਦੇ ਆ। ਕੀ ਨਾਮ ਵੀਰ ਜੀ? ਗੁਰਜੰਟ ਸਿੰਘ ਜੀ। ਗੁਰਜੰਟ ਸਿੰਘ ਤੁਸੀਂ ਤੁਹਾਡੀ ਕੀ ਅਹੁਦਾ ਹੈ, ਕਿਹਦੇ ਰਾਹੀਂ ਤੁਸੀਂ ਕੰਮ ਕਰਦੇ, ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰੀਸ਼ਦ? ਸਰ ਜੀ ਅਸੀਂ ਕਲਾਸ 4 ਜ਼ਿਲ੍ਹਾ ਪ੍ਰੀਸ਼ਦ ਜੀ, ਤੇ ਅਸੀਂ ਪਿਛਲੇ 15 ਸਾਲਾਂ ਤੋਂ ਬਹੁਤ ਹੀ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਹਾਂ। ਜੋ ਸਰਕਾਰ 36000 ਮੁਲਾਜ਼ਮਾਂ ਦਾ ਰਿਟ ਲੈ ਕੇ ਆਈ ਆ, ਉਸ ਨੂੰ ਸਰਕਾਰ ਨੇ ਇਕੱਲਾ ਝੂਠੇ ਵਾਅਦੇ ਹੀ ਕੀਤੇ, ਅੱਜ ਤੱਕ ਕਿਸੇ ਵੀ ਗੱਲ ਦੇ ਉੱਤੇ ਪੂਰਾ ਨਹੀਂ ਉਤਰੇ। ਜੋ ਵੀ ਸਾਨੂੰ ਮੀਟਿੰਗ ਮਿਲਦੀ ਆ ਉਹ ਰੱਦ ਹੋ ਜਾਂਦੀ ਆ। ਜਿਵੇਂ ਅੱਜ ਮੀਟਿੰਗ ਦਿੱਤੀ, ਕੱਲ੍ਹ ਨੂੰ ਰੱਦ। ਅਸੀਂ ਇਸ ਦਿਨ ਦੀ ਉਡੀਕ ਕਰ ਰਹੇ ਹਾਂ ਵੀ ਸਰਕਾਰ ਕਦੋਂ ਉਸ ਰਿਟ ਨੂੰ ਪਾਸ ਕਰੇ ਤੇ ਕਦੋਂ ਮੁਲਾਜ਼ਮਾਂ ਦੀਆਂ ਮੰਗਾਂ ਪੂਰੀ ਕਰੇ। ਇਹ ਤਾਂ ਕਹਿੰਦੇ ਵੀ ਜਿਹੜਾ ਅਸੀਂ ਇਹ ਵਾਅਦਾ ਕੀਤਾ ਸੀ ਪੂਰਾ ਕਰਤੇ ਆ, ਬੋਰਡ ਲੱਗੇ ਪਏ ਥਾਂ ਥਾਂ ਤੇ ਵੀ 36000 ਕੰਮ ਪੱਕੇ ਕਰਤੇ। ਤੁਹਾਨੂੰ ਹਜੇ ਤਾਈਂ ਕੋਈ ਆਰਡਰ ਮਿਲਿਆ ਤੇ ਹੁਣ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਸੰਘਰਸ਼ ਕਰ ਰਹੇ ਹੋ? ਸਾਨੂੰ ਜੀ ਇਸ ਤੱਕ ਹਜੇ ਤੱਕ ਕੋਈ ਆਰਡਰ ਨਹੀਂ ਮਿਲਿਆ ਸਰਕਾਰ ਵੱਲੋਂ, ਕੋਈ ਵੀ ਵਧੀਆ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਿਆ। ਅਸੀਂ ਇਸੇ ਕਰ ਲਈ ਹੋਈ ਸਾਡਾ ਅੱਜ 8ਵੇਂ ਦਿਨ ਵਿੱਚ ਖਰੜ ਵਿਖੇ ਧਰਨਾ ਚੱਲ ਰਿਹਾ ਵਾ, ਪੱਕਾ ਧਰਨਾ ਲੱਗਿਆ ਹੋਇਆ ਵਾ। ਜੇ ਸਰਕਾਰ ਅੱਜ ਸਾਨੂੰ ਮੀਟਿੰਗ ਮਿਲੀ ਹੈ, ਜੇ ਉਸ ਵਿੱਚ ਨਹੀਂ ਵੀ ਕੋਈ ਵੀ ਕਾਰਵਾਈ ਕਰਦੀ ਤਾਂ ਅਸੀਂ 3 ਤਰੀਕ ਨੂੰ ਦਿਨ ਸੋਮਵਾਰ ਨੂੰ ਖਰੜ ਤੋਂ ਜੋ ਚੰਡੀਗੜ੍ਹ ਹਾਈਵੇ ਆ ਉਸ ਨੂੰ ਜਾਮ ਕਰਨ ਦਾ ਪ੍ਰਣ ਲਿਆ ਹੋਇਆ ਵਾ। ਜਿਹੜਾ ਜਾਮ ਕਰਨਾ ਤੁਸੀਂ, ਉਹਦੇ ਵਿੱਚ ਤੁਸੀਂ ਜਿਵੇਂ ਕਲਾਸ 4 ਹੋ, ਇਹ ਤੁਸੀਂ ਮਹਿਕਮੇ ਵਾਲੇ ਹੋ ਕਿ ਜਥੇਬੰਦੀਆਂ ਦਾ ਸਹਿਯੋਗ ਵੀ ਲਓਗੇ? ਵੱਡੀ ਪੱਧਰ ਤੇ ਜਾਮ ਹੋਊਗਾ, ਕਿਵੇਂ ਕਿਹੋ ਜਿਹੇ ਜਾਮ ਹੋਣਗੇ? ਦੇਖੋ ਜੀ, ਸਾਡੇ ਜਥੇਬੰਦੀਆਂ ਦਾ ਜੋ ਵੀ ਫੈਸਲਾ ਉਹ ਇਹੀ ਆ ਕਿ ਅਸੀਂ ਜੋ ਹਾਈਵੇ ਜਾਮ ਕਰਨ ਦਾ ਫੈਸਲਾ ਲਿਆ ਹੈਗਾ ਵਾ, ਜੇ ਅੱਜ ਸਾਡੀ ਮੀਟਿੰਗ ਵਿੱਚ ਨਹੀਂ ਕੋਈ ਹੱਲ ਹੋਊਗਾ ਤਾਂ ਅਸੀਂ ਹਾਈਵੇ ਜਾਮ ਕਰਾਂਗੇ। ਸਾਡਾ ਬਹੁਤ ਹੀ ਜ਼ਿਆਦਾ ਸੰਘਰਸ਼ ਤੇਜ਼ ਹੋਊਗਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਾਈਵੇ ਜਾਮ ਕਰਨ ਤੋਂ ਵੀ ਜੇ ਸਰਕਾਰ ਫਿਰ ਵੀ ਨਾ ਕੋਈ ਗੱਲਬਾਤ ਮੰਨੂਗੀ ਤਾਂ ਉਸ ਤੋਂ ਤਿੱਖਾ ਸੰਘਰਸ਼ ਕੀਤਾ ਜਾਊਗਾ। ਤਿੱਖਾ ਸੰਘਰਸ਼ ਕਿਹੋ ਜਿਹਾ ਵੀ ਜਿਵੇਂ ਆ ਲੋਕੀ ਘੇਰਦੇ ਆ ਲੀਡਰਾਂ ਨੂੰ, ਤੁਸੀਂ ਵੀ ਘੇਰ ਲਿਆ ਕਰੋ? ਹਾਂਜੀ, ਫਿਰ ਕਰਨਾ ਹੀ ਪਊਗਾ ਸਰ ਜੀ, ਕਿਉਂਕਿ ਸਾਨੂੰ 15-16 ਸਾਲ ਹੋ ਗਏ। ਅਸੀਂ ਬਹੁਤ ਹੀ 6000 ਰੁਪਏ ਦੇ ਨਾਲ ਅਸੀਂ ਸਾਡੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਤੇ ਬਹੁਤ ਹੀ ਘੱਟ ਤਨਖਾਹ ਵਾ। ਸਾਡੇ ਨਾਲ ਫਾਰਮੇਸੀ ਅਫਸਰ, ਹੈਲਥ ਡਿਪਾਰਟਮੈਂਟ ਤੇ ਜ਼ਿਲ੍ਹਾ ਪ੍ਰੀਸ਼ਦ ਉਹ ਵੀ ਨਾਲ ਨੇ। ਸਾਡੀ ਬਹੁਤ ਹੀ ਘੱਟ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਹੀ ਸੰਘਰਸ਼ ਤੇਜ਼ ਕਰਾਂਗੇ। ਠੀਕ ਆ, ਹੋਰ ਵੀ ਆਪਣੇ ਨਾਲ ਲੱਗੂ। ਕੀ ਨਾ ਮੈਡਮ? ਬਲਜੀਤ ਕੌਰ ਜੀ।
ਹੈਲਥ ਫਾਰਮੇਸੀ ਅਫਸਰ। ਅਸੀਂ 6 ਮਹੀਨਿਆਂ ਤੋਂ ਜ਼ਿਲ੍ਹਾ ਪਰਿਸ਼ਦ ਚੋਂ ਸ਼ਿਫਟ ਹੋ ਕੇ ਹੈਲਥ 'ਚ ਚਲੇ ਗਏ ਆ ਵੀਰ ਜੀ। ਅੱਛਾ, ਇਹਨਾਂ ਨੇ ਤੁਹਾਨੂੰ ਪਹਿਲਾਂ ਤੁਸੀਂ ਜ਼ਿਲ੍ਹਾ ਪਰਿਸ਼ਦ ਜੀ ਹੁਣ ਸ਼ਿਫਟ ਕਰਕੇ ਉਧਰ ਭੇਜਤਾ? ਹਾਂਜੀ, ਹੁਣ ਸਾਡੀਆਂ 618 ਡਿਸਪੈਂਸਰੀਆਂ ਹੈਲਥ 'ਚ ਸ਼ਿਫਟ ਕਰਤੀਆਂ ਇਹਨਾਂ ਨੇ 6 ਮਹੀਨਿਆਂ ਤੋਂ। ਮਤਲਬ ਸੈਂਕਸ਼ਨ ਪੋਸਟਾਂ ਤੇ ਅਸੀਂ ਕੰਮ ਕਰਦੇ ਹਾਂ ਸ਼ੁਰੂ ਤੋਂ ਹੀ, ਹੁਣ ਵੀ ਅਸੀਂ ਸੈਂਕਸ਼ਨ ਪੋਸਟਾਂ ਹੀ ਕੰਮ ਕਰਦੇ ਹਾਂ। ਸਰਕਾਰ ਨੇ ਜਿਹੜਾ 36000 EMPLOYE ਦਾ ਐਕਟ ਲਿਆਂਦਾ ਉਹਦੇ 'ਚ ਇਹੀ ਸ਼ਰਤਾਂ ਰੱਖੀਆਂ ਕਿ 10 ਸਾਲ ਦਾ ਜਿਹੜਾ ਉਹ EMPLOYE ਬਿਨਾਂ ਬ੍ਰੇਕ ਤੋਂ ਕੰਮ ਕਰਦਾ ਹੋਵੇ, ਸੈਂਕਸ਼ਨ ਪੋਸਟਾਂ ਤੇ ਕੰਮ ਕਰਦਾ ਹੋਵੇ। ਅਸੀਂ ਇਹਨਾਂ ਸਾਰੀਆਂ ਨੀਤੀਆਂ ਨੂੰ ਮਤਲਬ ਪੁਰਜੋਰ 100% ਮਤਲਬ ਅਸੀਂ ਇਹਨਾਂ ਨੂੰ ਸ਼ਰਤਾਂ ਪੂਰੀਆਂ ਕਰਦੇ ਹਾਂ ਜੀ। ਇਸ ਤੋਂ ਗਾਂਹ ਹੁਣ ਜਿੰਨਾ ਇਹ ਸਰਕਾਰ ਦੀ, ਮੈਂ ਤਾਂ ਚੰਨੀ ਸਾਹਿਬ ਨੂੰ ਇਹ ਕਹੂੰਗੀ, ਐਲਾਨਜੀਤ ਮੰਤਰੀ ਨੂੰ ਇਹ ਗੱਲ ਕਹੂੰਗੀ ਵੀ ਜਿਹੜੇ ਐਲਾਨ ਆ ਤੇਰੇ ਉਹ ਕਾਗਜ਼ਾਂ 'ਚ ਹੀ ਐਲਾਨ ਰਹਿ ਗਏ ਆ। ਇਸ ਲਈ ਜੇ ਤੂੰ ਵਿਸ਼ਵਾਸ ਜਿੱਤਣਾ ਤਾਂ ਸਾਨੂੰ 36000 ਕਾਮਿਆਂ ਨੂੰ ਜਲਦੀ ਤੋਂ ਜਲਦੀ ਪੱਕਾ ਕਰੋ, ਕਿਉਂਕਿ ਸਾਡਾ ਪਿਛਲੇ 8 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਬਹੁਤ ਸਟਰੋਂਗ ਧਰਨਾ ਚੱਲਦਾ, ਦਿਨ ਪਰ ਰਾਤ ਅਸੀਂ ਉੱਥੇ ਬੈਠੇ ਹੋਏ ਹਾਂ। ਬਾਕੀ ਜੋ ਵੀ ਸਾਡੀਆਂ ਅਸੀਂ ਆਪਦੀਆਂ ਜ਼ਿਲ੍ਹੇ ਦੀਆਂ ਨੁਮਾਇੰਦਗੀਆਂ ਕਰ ਰਹੇ ਹਾਂ, ਜੋ ਸਾਡੀ ਉੱਪਰਲੀ ਸਟੇਟ ਬੋਡੀ ਸਾਨੂੰ ਦੇ ਰਹੀ ਹੈ ਇਹ ਕੰਮਕਾਜ, ਉਹ ਅਸੀਂ ਤਿੰਨਾਂ ਮੰਤਰੀ ਸਾਹਿਬ ਨੂੰ, ਪੰਚਾਇਤ ਮੰਤਰੀ, ਹੈਲਥ ਮੰਤਰੀ ਤੇ ਮਤਲਬ CM ਚੰਨੀ ਸਾਹਿਬ ਨੂੰ ਇਹੀ ਪੁਰਜੋਰ ਅਪੀਲ ਕਰਦੇ ਕਿ ਜੇ ਸਾਡੀ ਅੱਜ ਦੀ ਮੀਟਿੰਗ 'ਚ ਮਸਲਾ ਨਾ ਕੋਈ ਹੱਲ ਹੋਇਆ ਤਾਂ 3 ਤਰੀਕ ਨੂੰ ਅਸੀਂ ਹਾਈਵੇ ਵੀ ਜਾਮ ਕਰਾਂਗੇ। ਨਾਲ ਸਾਡੀਆਂ ਅੱਜ ਜਥੇਬੰਦੀਆਂ ਨਾਲ ਗੱਲ ਹੋ ਗਈ, ਉਹ ਕਹਿੰਦੇ ਅਸੀਂ ਵੀ ਤੁਹਾਡਾ ਪੁਰਜੋਰ ਸਾਥ ਦੇਵਾਂਗੇ। ਕਿਸਾਨ ਜਥੇਬੰਦੀਆਂ ਨੇ ਸਾਨੂੰ ਰਸਤੇ 'ਚ ਖੜਾ ਕੇ ਇਹ ਗੱਲ ਕਹੀ, ਬੱਚਾ ਤੁਸੀਂ ਡਰੋ ਨਾ, ਅਸੀਂ ਤੁਹਾਡਾ 101% ਸਾਥ ਦੇਵਾਂਗੇ। ਹੁਣ ਸਰਕਾਰ ਦੇਖ ਲੈ, ਜੇ ਸਾਡੇ ਐਕਟ 'ਚ ਸਾਨੂੰ ਨਾ ਰੈਗੂਲਰ ਕੀਤਾ, ਨਾ ਸਾਡੇ ਕਲਾਸ 4 ਦੋਨਾਂ ਯੂਨੀਅਨਾਂ ਨੂੰ, ਨਾ ਸਾਡੇ ਮਤਲਬ ਰੂਰਲ ਪੰਚਾਇਤ ਜਿਹੜੇ ਹੈਲਥ ਫਾਰਮੇਸੀ ਅਫਸਰਾਂ ਨਾ ਉਹਨਾਂ ਨੂੰ, ਇਹਨਾਂ ਨੇ ਨਾ ਰੈਗੂਲਰ ਕੀਤਾ ਤਾਂ ਆਉਣ ਵਾਲੀਆਂ ਇਹਨਾਂ ਦੀਆਂ ਰੈਲੀਆਂ ਇਹ ਕਿਤੇ ਨਹੀਂ ਕਰ ਸਕਣਗੇ। ਇਹੋ ਜਿਹੀਆਂ ਭੰਗ ਕਰਾਂਗੇ ਕਿ ਚੰਨੀ ਸਰਕਾਰ ਨੂੰ ਦੱਸ ਕੇ ਦਿਖਾਵਾਂਗੇ ਕਿ ਸਰਕਾਰਾਂ ਕਿਵੇਂ ਬਣਦੀਆਂ। ਜਦੋਂ ਤੁਹਾਨੂੰ ਇਧਰੋਂ ਸ਼ਿਫਟ ਕਰਕੇ ਉਧਰ ਭੇਜਿਆ ਉਦੋਂ ਤਨਖਾਹਾਂ 'ਚ ਵੀ ਵਾਧਾ ਕੀਤਾ ਕਿ ਇਕੱਲੇ ਡਿਪਾਰਟਮੈਂਟ ਹੀ ਬਦਲੀ? ਨਹੀਂ ਜੀ, ਇਕੱਲੇ ਡਿਪਾਰਟਮੈਂਟ ਹੀ ਬਦਲੀ ਕੀਤੇ ਆ। ਨਾ ਸਾਨੂੰ ਇੰਸ਼ੋਰੈਂਸ ਦਿੱਤੀ ਆ, ਸਿਰਫ 11000 ਤੇ ਅਸੀਂ ਇੱਧਰ ਕੰਮ ਕਰਦੇ ਸੀ, 11000 ਤੇ ਅਸੀਂ ਹੈਲਥ 'ਚ ਕੰਮ ਕਰਦੇ ਹਾਂ। ਨਾਲੇ ਕਿ ਅਸੀਂ ਕਰੋਨਾ ਵਾਰੀਅਰ ਲੋਕ ਆ, ਫਰੰਟ ਲਾਈਨਰ ਤੇ ਅਸੀਂ ਪਹਿਲਾਂ ਤੋਂ ਹੀ ਕੰਮ ਕਰਦੇ ਆਏ ਤੇ ਹੁਣ ਵੀ ਕਰਦੇ ਹਾਂ। ਜਿੱਥੇ ਮਰਜ਼ੀ ਇਸ ਚੀਜ਼ ਦਾ ਪਤਾ ਕਰ ਲਓ। ਹਜੇ ਵੀ ਸਰਕਾਰ ਨੂੰ ਜੇ ਇੰਨੀਆਂ ਨਗੂਣੀਆਂ ਜੀਆਂ ਤਨਖਾਹਾਂ ਤੇ ਇੱਕ ਪਾਸੇ ਤਾਂ ਉਹ ਕਹਿੰਦੇ ਆ ਵੀ ਇਹ ਗਰੀਬਾਂ ਦੀ ਸਰਕਾਰ ਹੈ ਜੀ। ਅਸੀਂ ਵੀ ਤਾਂ ਗਰੀਬ ਮੁਲਾਜ਼ਮ ਆ ਨਾ, ਸਾਡੇ ਗਰੀਬ ਮੁਲਾਜ਼ਮਾਂ ਦਾ ਵੀ ਸੋਚੇ ਵੀ ਗਰੀਬ ਮੁਲਾਜ਼ਮਾਂ ਨੂੰ ਤਨਖਾਹਾਂ ਕਿੰਨੀਆਂ ਕੁ ਦੇ ਰਹੇ ਆ? ਸਿਰਫ 11000। ਐਜੂਕੇਟਡ ਅਸੀਂ EMPLOYE ਆ, ਸਾਨੂੰ ਤਨਖਾਹ ਦੇ ਰਹੀ ਹੈ 11000 ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਦੀ। ਹਜੇ ਵੀ ਗੂੰਗੀ ਬੋਲੀ ਸਰਕਾਰ ਨੂੰ ਇਹਨਾਂ ਚੀਜ਼ਾਂ ਦੀ ਨਾ ਸ਼ਰਮ ਆਈ ਤਾਂ ਫਿਰ ਅਸੀਂ ਦੱਸਾਂਗੇ ਵੀ ਸਰਕਾਰ ਦਾ ਕਿਵੇਂ ਟਾਕਰਾ ਕਰਨਾ ਤੇ ਕਿੱਥੇ ਜਾ ਕੇ ਸਰਕਾਰ ਨੂੰ ਢਾਉਣਾ। ਤੁਸੀਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੱਡਾ ਕਾਫਲਾ ਬਣਾ ਕੇ ਜਾਮ ਕਰੋ? ਹਾਂਜੀ, ਅਸੀਂ ਉਹ ਕਹਿੰਦੇ ਅਸੀਂ ਤੁਹਾਡਾ ਆਪਣੇ ਆਪ ਸਮਰਥਨ ਦੇਵਾਂਗੇ। ਜਦੋਂ ਅਸੀਂ 3 ਤਰੀਕ ਨੂੰ ਹਾਈਵੇ ਜਾਮ ਕਰਾਂਗੇ, ਉਹ ਕਹਿੰਦੇ ਅਸੀਂ ਬੱਚਾ ਤੁਸੀਂ ਘਬਰਾਓ ਨਾ, ਅਸੀਂ ਤੁਹਾਡਾ ਆਪਣੇ ਆਪ ਸਮਰਥਨ ਦੇਵਾਂਗੇ। ਪਰ ਅਸੀਂ ਆਪ ਵੀ ਖੁਦ ਘਬਰਾਉਣ ਵਾਲੇ ਨਹੀਂ ਵੀਰ ਜੀ, ਅਸੀਂ ਬਹੁਤ ਹੱਦ ਤੱਕ ਸਰਕਾਰ ਨੂੰ ਭਜਾ ਕੇ ਹਟਣਾ ਹੁਣ। ਠੀਕ ਆ, ਹੋਰ ਵੀ ਆਪਣੇ ਨਾਲ ਕੀ ਨਾਮ ਹੈ? ਗੁਰਜਸਪ੍ਰੀਤ ਸਿੰਘ, ਜ਼ਿਲ੍ਹਾ ਪ੍ਰਧਾਨ ਮੋਗਾ। ਅੱਛਾ, ਤੁਸੀਂ ਜ਼ਿਲ੍ਹਾ ਪ੍ਰਧਾਨ ਹੋ, ਕਿਹੋ ਜਿਹੀਆਂ ਤਿਆਰੀਆਂ ਕੀਤੀਆਂ ਗਈਆਂ? ਕਿਉਂਕਿ ਇੱਥੇ ਇੰਨੇ ਦਿਨਾਂ ਤੋਂ ਲੈ ਕੇ ਧਰਨਾ ਲਾ ਰਹੇ। ਪਹਿਲਾਂ ਇਹ ਦੱਸੋ, DC ਨੇ ਕਿਤੇ ਉੱਤੋਂ ਪੌੜੀਆਂ ਉਤਰ ਕੇ ਆ ਕੇ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਦੱਸੋ ਅਸੀਂ ਗੱਲ ਕਰੀਏ, ਮਸਲਾ ਹੱਲ ਕਰੀਏ? ਦੇਖੋ, ਜਿਹੜਾ ਬਿਊਰੋਕਰੇਟਸ ਹੁੰਦਾ ਉਹਨੇ ਕਦੇ ਵੀ, ਹੁਣ ਵੀ ਅੱਜ ਵੀ ਗੇਟ ਬੰਦ ਹੈ, ਕਿਸਾਨ ਧਰਨੇ ਤੇ ਬੈਠੇ ਆ, ਕਦੇ ਵੀ ਅਫਸਰਸ਼ਾਹੀ ਆ ਕੇ ਥੱਲੇ ਨੁਮਾਇੰਦਗੀ ਜਿਹੜੀ ਕਰ ਰਹੀਆਂ ਜਥੇਬੰਦੀਆਂ ਉਹਨਾਂ ਦੀ ਗੱਲ ਨਹੀਂ ਸੁਣਦੀ। ਪਰ ਚੰਨੀ ਸਰਕਾਰ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ ਕਿ ਸਿਹਤ ਤੇ ਸਿੱਖਿਆ ਦੋ ਐਸੇ ਮਹਿਕਮੇ ਆ ਜਿਹੜੇ ਲੋਕਾਂ ਦੀ ਸੇਵਾ ਨਾਲ ਜੁੜੇ ਹੋਏ ਆ। ਉਹਦੇ ਵਿੱਚ ਚਲੋ ਅਸੀਂ 618 ਫਾਰਮੇਸੀ ਅਫਸਰ, ਤੁਸੀਂ ਪਹਿਲਾਂ ਪੰਚਾਇਤ ਵਿਭਾਗ 'ਚ 1186 ਸੀ, 15 ਸਾਲਾਂ ਬਾਅਦ ਤੁਸੀਂ 618 ਬਿਨਾਂ ਕੋਈ ਇੰਕਰੀਮੈਂਟ ਦਿੱਤੇ ਤੇ ਤੁਸੀਂ ਸਾਨੂੰ ਹੈਲਥ ਡਿਪਾਰਟਮੈਂਟ ਵਿੱਚ ਸ਼ਿਫਟ ਕਰ ਦਿੱਤਾ। ਪਰ ਅੱਜ ਦੇ ਹਾਲਾਤ ਇਹ ਆ ਕਿ ਇੰਨੀਆਂ ਘੱਟ ਤਨਖਾਹਾਂ ਤੇ ਮੈਂ ਚੰਨੀ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਹਾਡਾ ਨੌਕਰ ਦੀ ਤਨਖਾਹ ਇੰਨੀ ਹੈ, ਜੇ ਉਹ ਗੁਜ਼ਾਰਾ ਕਰ ਸਕਦਾ ਤਾਂ ਫਿਰ ਅਸੀਂ ਵੀ ਕਰ ਸਕਦੇ ਹਾਂ। ਕਿਉਂਕਿ ਜਿਹੜਾ ਆਰਥਿਕ ਸ਼ੋਸ਼ਣ ਹੋ ਰਿਹਾ ਪਿਛਲੇ 15 ਸਾਲਾਂ ਤੋਂ, ਹੁਣ ਦੇਖੋ ਪੱਕਾ ਵੋਟ ਬੈਂਕ ਕੀ ਹੈ। ਪੱਕੇ ਵੋਟ ਬੈਂਕ ਦੇ ਵਿੱਚ ਆਮ ਲੋਕ ਜਿੱਧਰ ਮਰਜ਼ੀ ਹੋ ਜਾਣ। ਬਾਦਲ ਸਰਕਾਰ ਨੇ ਦਿਨਾਂ ਤੇ ਆ ਕੇ ਐਕਟ ਬਣਾਇਆ 2016, ਪਰ ਉਹ ਸਿਰੇ ਨਹੀਂ ਲੱਗਿਆ ਤਾਂ ਸਰਕਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰਜ਼ ਤੇ ਹੀ ਚੰਨੀ ਸਰਕਾਰ ਨੇ ਵੀ 36000 ਮੁਲਾਜ਼ਮਾਂ ਵਾਲਾ ਜਿਹੜਾ ਸ਼ੋਸ਼ਾ ਛੱਡਿਆ ਹੋਇਆ, ਬੈਨਰ ਤੁਸੀਂ ਹਰ ਸੜਕ ਦੇ ਉੱਤੇ ਲੱਗੇ ਦੇਖਦੇ ਹੋ, ਉਹਦੇ ਤੇ ਇਹ ਲਿਖਿਆ ਹੋਇਆ ਕਿ 36000 ਮੁਲਾਜ਼ਮ ਪੱਕੇ ਕਰਤੇ। ਜਦ ਕਿ ਸਾਰੀਆਂ ਜਥੇਬੰਦੀਆਂ, ਚਾਹੇ ਜੁਆਇੰਟ ਐਕਸ਼ਨ ਕਮੇਟੀ ਹੋਵੇ, ਸਭ ਤੋਂ ਵੱਡੀ ਗੱਲ ਤਾਂ ਤੁਸੀਂ ਸਿਹਤ ਮਹਿਕਮਾ ਹੀ ਦੇਖ ਲਓ,
ਅੱਜ ਸਾਰਾ ਮਹਿਕਮਾ ਹੈਲਥ ਡਿਪਾਰਟਮੈਂਟ ਦਾ ਸਟ੍ਰਾਈਕ ਤੇ ਹੈ। ਗਰੀਬ ਲੋਕ ਤੜਫ ਰਹੇ ਆ, ਪਰ ਸਰਕਾਰਾਂ ਸੁੱਤੀਆਂ ਪਈਆਂ। ਸਾਡੀ ਤਾਂ ਇਹੀ ਚੰਨੀ ਸਰਕਾਰ ਤੋਂ ਆ ਕਿ ਜਿਹੜੇ ਪਿਛਲੇ 15-15 ਸਾਲ ਤੋਂ ਕੰਮ ਕਰ ਰਹੇ ਆ, ਘੱਟ ਤਨਖਾਹਾਂ ਤੇ ਆ। ਸਿਹਤ ਮਹਿਕਮੇ ਦੇ ਚਾਹੇ ਕੋਈ ਵੀ ਹੋਵੇ ਮੁਲਾਜ਼ਮ, ਸਾਰੇ ਰੈਗੂਲਰ ਕੀਤੇ ਜਾਣੇ ਚਾਹੀਦੇ ਆ, ਜਿਹੜੇ ਲੋਕਾਂ ਨਾਲ ਜੁੜੇ ਆ। ਕਰੋਨਾ ਯੋਧੇ ਮੂੰਹੋਂ ਕਹਿਣ ਵਾਲੀ ਗੱਲ ਆ ਕਿ ਕਰੋਨਾ ਯੋਧੇ, ਅਫਸਰਸ਼ਾਹੀ ਧੱਕੇ ਨਾਲ ਕੰਮ ਲੈਂਦੀ ਆ, ਕੰਟਰੈਕਟ ਕਾਮਿਆਂ ਤੋਂ ਧੱਕੇ ਨਾਲ ਉਹਨਾਂ ਤੋਂ ਸੇਵਾਵਾਂ ਲਈਆਂ ਜਾਂਦੀਆਂ। ਤੇ ਕੱਲ ਜਿਸ ਤਰ੍ਹਾਂ ਚਮਕੌਰ ਸਾਹਿਬ, ਚੰਨੀ ਸਾਹਿਬ ਨੇ ਸੱਦ ਕੇ ਮਤਲਬ ਪ੍ਰਸ਼ੰਸਾ ਕੀਤੀ ਆ, ਪਰ ਉੱਥੇ ਪ੍ਰਸ਼ੰਸਾ ਦੀ ਲੋੜ ਇਹ ਸੀ ਚੰਨੀ ਸਾਹਿਬ ਕਿ ਸਿਹਤ ਮਹਿਕਮੇ ਤੇ ਸਿੱਖਿਆ ਮਹਿਕਮੇ ਦੇ ਵਿੱਚ ਜਿੰਨੇ ਵੀ ਕੱਚੇ ਕਾਮੇ, ਚਾਹੇ ਉਹ ਕਿਸੇ ਵੀ ਪਾਲਿਸੀ 'ਚ ਆਉਂਦੇ ਹੋਣ, ਮੈਂ ਅੱਜ ਤੋਂ ਰੈਗੂਲਰ ਕਰਦਾ। ਇੱਦਾਂ ਦਾ ਕੋਈ ਹੋਣਾ ਚਾਹੀਦਾ ਸੀ, ਤੁਹਾਡਾ ਫੈਸਲਾ। ਪਰ ਸਾਨੂੰ ਨਮੋਸ਼ੀ ਹੈ ਕਿ 618 ਫਾਰਮੇਸੀ ਅਫਸਰ ਤੁਸੀਂ ਸ਼ਿਫਟ ਤਾਂ ਕਰਤੇ ਸਿਹਤ ਮਹਿਕਮੇ 'ਚ, ਪਰ ਉਹਨਾਂ ਦੀਆਂ ਨਾ ਤਨਖਾਹਾਂ ਤੇ ਨਾ ਤੁਸੀਂ ਹਜੇ ਤਾਈਂ 36000 ਮੁਲਾਜ਼ਮਾਂ ਵਾਲਾ ਜਿਹੜਾ ਐਕਟ ਆ ਉਹਨੂੰ ਤੁਸੀਂ ਸਿਰੇ ਚੜ੍ਹਾ ਸਕੇ। ਸਾਨੂੰ ਤਾਂ ਇਹ ਵੀ ਰਲੀ ਮਿਲੀ ਸਾਜ਼ਿਸ਼ ਲੱਗਦੀ ਹੈ ਕਿ 36000 ਮੁਲਾਜ਼ਮਾਂ ਵਾਲਾ ਐਕਟ ਤੁਸੀਂ ਕਹਿੰਦੇ ਹੋ ਗਵਰਨਰ ਪਾਸ ਨਹੀਂ ਕਰਦਾ। ਸਾਨੂੰ ਡਰ ਇਹ ਹੈ ਕਿ ਉਦੋਂ ਨੂੰ ਕੋਡ ਆਫ ਕੰਡਕਟ ਲਾਗੂ ਹੋ ਜਾਣਾ ਤੇ ਸਾਡਾ ਭਵਿੱਖ ਫਿਰ ਧੁੰਦਲਾ ਰਹਿ ਜਾਣਾ। ਜੇ ਹੁਣ ਜਿਹੜਾ ਧਰਨੇ ਦਾ ਉਹਦੇ ਬਾਰੇ ਵੀ ਜਾਣਕਾਰੀ ਦਿਓ, ਕਿਹੇ ਜਿਹਾ ਉੱਥੇ ਤੁਸੀਂ ਧਰਨਾ ਹੈ, ਕਿਹੇ ਜਿਹੀਆਂ ਤਿਆਰੀਆਂ ਕੀਤੀਆਂ, ਕਿਵੇਂ ਲੈ ਕੇ ਜਾਓਗੇ, ਇੱਥੋਂ ਕਾਫਲੇ ਤੁਰਨਗੇ? ਸਾਨੂੰ ਦੇਖੋ ਜੀ, ਕਿਸਾਨ ਜਥੇਬੰਦੀਆਂ, ਜੁਆਇੰਟ ਐਕਸ਼ਨ ਕਮੇਟੀ, ਸਿਹਤ ਵਿਭਾਗ ਤੇ ਸਾਡੇ ਸ਼ਿਫਟ ਹੋਏ ਫਾਰਮੇਸੀ ਅਫਸਰ, ਰੂਰਲ ਹੈਲਥ ਫਾਰਮੇਸੀ ਅਫਸਰ, ਪੰਚਾਇਤ ਵਿਭਾਗ, ਦੋਨੋਂ ਜਥੇਬੰਦੀਆਂ ਦੇ ਦਰਜਾਚਾਰ ਕਰਮਚਾਰੀ ਅਸੀਂ ਇੱਥੋਂ ਕਾਫਲਿਆਂ ਦੇ ਰੂਪ ਵਿੱਚ, ਜਿਸ ਤਰ੍ਹਾਂ ਸਾਡੀ ਸਟੇਟ ਬਾਡੀ ਨੇ ਫੈਸਲਾ ਲਿਆ ਵਾ ਕਿ 3 ਜੇ ਅੱਜ ਦੀ ਮੀਟਿੰਗ ਬੇਸਿੱਟਾ ਰਹਿੰਦੀ ਆ, ਜਿਹੋ ਜੀ ਅਫਸਰਸ਼ਾਹੀ ਦਾ ਰਵੱਈਆ ਵਾ, ਤਾਂ ਸਾਡਾ 3 ਤਰੀਕ ਨੂੰ ਅਸੀਂ ਕਿਸਾਨ ਜਥੇਬੰਦੀਆਂ ਆਪਦੀ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਖਰੜ ਸਾਰਾ ਜਾਮ ਕਰਾਂਗੇ। ਉਹਦੀ ਜ਼ਿੰਮੇਵਾਰੀ ਉੱਥੋਂ ਦੇ ਪ੍ਰਸ਼ਾਸਨ ਦੀ ਹੋਊਗੀ ਜਾਂ ਪੰਜਾਬ ਸਰਕਾਰ ਦੇ ਐਲਾਨਜੀਨ ਮੰਤਰੀ ਚੰਨੀ ਦੀ ਹੋਊਗੀ। ਠੀਕ ਹੈ ਜੀ। ਸੋ ਜੇ ਦੇਖਿਆ ਜਾਵੇ ਦਰਸ਼ਕੋ, ਬਹੁਤ ਵੱਡੀ ਗੱਲ ਆ ਕਿ 2 ਮਹਿਕਮੇ ਆ, ਸਿਹਤ ਤੇ ਸਿੱਖਿਆ। ਜੇਕਰ ਕੋਈ ਵੀ ਸਰਕਾਰ ਹੈ ਪੰਜਾਬ ਦੇ ਵਿੱਚ ਇਹਨਾਂ ਉੱਤੇ ਕੰਮ ਕਰ ਦੇਵੇ, ਕਿਉਂਕਿ ਜਿਹੜੇ ਕਿਸਾਨ ਕਰਜ਼ਾਈ ਹੁੰਦੇ ਨੇ, ਖੁਦਕੁਸ਼ੀਆਂ ਕਰਦੇ ਨੇ, 2 ਥਾਵਾਂ ਦੇ ਉੱਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਲੱਗ ਰਹੇ ਨੇ। ਇੱਕ ਸਿੱਖਿਆ ਹਰ ਇੱਕ ਦੀ ਖੁਆਇਸ਼ ਆ ਕਿ ਸਾਡਾ ਬੱਚਾ ਵਧੀਆ ਸਕੂਲ 'ਚ ਪੜ੍ਹ ਕੇ ਕੁਝ ਬਣੇ। ਉਹ ਅੰਗਰੇਜ਼ੀ ਸਕੂਲਾਂ ਵੱਲ ਜਾਂਦੇ ਆ ਕਿਉਂਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਾਸਟਰ ਹੈ ਨਹੀਂ ਗੀ। ਅਤੇ ਉੱਧਰ ਜਿਹੜੇ ਰੱਖੇ ਸੀ ਇਹਨਾਂ ਨੇ ਲੈਕਚਰਾਰ, ਉਹਨਾਂ ਨੂੰ ਵੀ ਘਰਾਂ ਨੂੰ ਤੋਰਤਾ ਹੈ, ਉਹ ਵੀ ਧਰਨੇ ਦੇ ਰਹੇ ਨੇ, ਗੱਡੀਆਂ ਅੱਗੇ ਪੈ ਰਹੇ ਨੇ। ਦੂਜੇ ਨੰਬਰ 'ਤੇ ਆਉਂਦੀ ਸਿਹਤ, ਕਿਉਂਕਿ ਜਦੋਂ ਕਿਸੇ ਨੂੰ ਥੋੜ੍ਹੀ ਜਿਹੀ ਵੀ ਬਿਮਾਰੀ ਲੱਗਦੀ ਆ ਨਾ, ਬਿਮਾਰ ਹੁੰਦਾ, ਉਹਨੂੰ ਹੁੰਦਾ ਵੀ ਯਾਰ ਪ੍ਰਾਈਵੇਟ ਹਸਪਤਾਲ 'ਚ ਜਾਈਏ। ਕਾਰਨ ਕੀ ਆ? ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਤੁਸੀਂ ਤਨਖਾਹਾਂ ਨਹੀਂ ਦੇ ਰਹੇ। ਜਿਹੜੇ ਡਾਕਟਰ ਆ ਉਹ ਵੀ ਧਰਨਿਆਂ ਦੇ ਉੱਤੇ ਬੈਠੇ ਨੇ, ਮਾਸਟਰ ਵੀ ਧਰਨਿਆਂ ਦੇ ਉੱਤੇ ਬੈਠੇ ਨੇ। ਦੇਸ਼ ਦਾ ਕੀ ਬਣੂਗਾ? ਸੋ ਚੰਨੀ ਸਾਹਿਬ ਜੇ ਸੱਚੇ ਹਮਦਰਦ ਆ, ਇਹਨਾਂ ਦੀ ਤੁਰੰਤ ਸੁਣ ਕੇ ਅੱਜ ਦੀ ਮੀਟਿੰਗ ਵਿੱਚ ਹੱਲ ਹੋਵੇ, ਜਾਂ ਕੱਲ ਹਜੇ ਜਿਹੜਾ ਟਾਈਮ ਪਿਆ 1 ਤਰੀਕ ਤੇ 2 ਤਰੀਕ, ਉਹਨਾਂ ਦੇ ਵਿੱਚ ਹੱਲ ਕਰਕੇ ਇਹਨਾਂ ਦਾ ਮਸਲਾ ਹੱਲ ਕਰੋ। ਕਿਉਂਕਿ ਬੋਰਡ ਤਾਂ ਤੁਸੀਂ ਲਾ ਦਿੱਤੇ ਨੇ ਕਿ ਹੱਲ ਹੋ ਚੁੱਕਿਆ, ਪਰ ਹੱਲ ਹੋਇਆ ਨਹੀਂ। ਇਹ ਨਾ ਹੋਵੇ ਜਦੋਂ ਉੱਥੇ ਖਰੜ ਦੇ ਵਿੱਚ ਜਾਮ ਲਾਉਣ ਤੇ ਲੋਕ ਤੁਹਾਡੀਆਂ ਅਸਲੀਅਤ ਨੂੰ ਜਾਣ ਕਿ ਤੁਸੀਂ ਸਿਰਫ ਬੋਰਡ ਹੀ ਲਾਏ ਆ। ਅੱਗੇ ਵੀ ਅਪਡੇਟ ਦੇਵਾਂਗੇ, ਖਰੜ ਤੋਂ ਵੀ ਤੁਹਾਨੂੰ ਗਲੋਬਲ ਪੰਜਾਬ ਟੀਵੀ ਤੇ ਸਾਰਾ ਲਾਈਵ ਦਿਖਾਵਾਂਗੇ। ਬਣੇ ਰਹੋ। ਗਲੋਬਲ ਪੰਜਾਬ ਟੀਵੀ ਲਈ ਚਮਕੌਰ ਲੋਪੋ, ਮੋਗਾ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।